ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਹੁਣ ਵੱਡੀ ਰਾਹਤ ਦਿੱਤੀ ਹੈ। ਮਿਸੀਸਾਗਾ ਦੇ ਵਿੱਚ CBSE ਦਫ਼ਤਰ ਬਾਹਰ ਧਰਨੇ ਤੇ ਬੈਠੇ ਸਨ ਵਿਦਿਆਰਥੀ ਤਾਂ ਫਰਜ਼ੀ ਦਸਤਾਵੇਜ਼ ਮਾਮਲੇ ਦੇ ਵਿੱਚ ਸਰਕਾਰ ਨੇ ਡਿਪੋਰਟ ਕਰਨ ਦਾ ਫੈਸਲਾ ਲਿਆ ਸੀ। PTC ਨਿਊਜ਼ ਨੇ ਪ੍ਰਮੁਖਤਾ ਦੇ ਨਾਲ ਇਸ ਵਿਦਿਆਰਥੀਆਂ ਦੇ ਮੁੱਦੇ ਨੂੰ ਇਸ ਖਬਰ ਨੂੰ ਚੁੱਕਿਆ। ਬਕਾਇਦਾ ਉੱਥੋਂ ਤੱਕ ਵੀ ਕੈਨੇਡਾ ਤੱਕ ਵੀ ਅਜਿਹੀਆਂ ਤਸਵੀਰਾਂ PTC ਨਿਊਜ਼ ਦੇ ਵੱਲੋਂ ਅਜਿਹੀਆਂ ਖਬਰਾਂ PTC ਨਿਊਜ਼ ਦੇ ਵੱਲੋਂ ਲਗਾਤਾਰ ਚੁੱਕੀਆਂ ਜਾਂਦੀਆਂ ਰਹੀਆਂ ਨੇ ਤੇ ਇੱਕ ਵੱਡਾ ਅਸਰ ਜ਼ਰੂਰ ਹੋਇਆ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦਾ ਮੋਰਚਾ ਰੰਗ ਲਿਆਉਂਦਾ ਹੋਇਆ ਨਜ਼ਰ ਆ ਰਿਹਾ ਹੈ। 700 ਤੋਂ ਵੱਧ ਵਿਦਿਆਰਥੀਆਂ ਦੇ ਡੈਪੂਟੇਸ਼ਨ ਉੱਤੇ ਫਿਲਹਾਲ ਲਈ ਰੋਕ ਲਗਾਈ ਗਈ ਹੈ। ਇਹ ਹੈਗਾ ਦਾ ਇੰਟਰਨੈਸ਼ਨਲ ਸੈਂਟਰ ਮਿਸੀਸਾਗਾ ਦਾ ਪਾਰਕਿੰਗ ਲਾਟ ਤੇ ਇਹ ਟੈਂਟ ਜਿਹੜੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹਨਾਂ ਟੈਂਟ ਵਿੱਚ ਬੀਤੇ 19 ਦਿਨਾਂ ਤੋਂ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਫੇਕ ਡਾਕੂਮੈਂਟੇਸ਼ਨ ਕਾਰਨ ਹੋ ਰਹੀ ਡਿਪੋਰਟੇਸ਼ਨ ਨੂੰ ਰੋਕੇ ਜਾਣ ਲਈ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਕਈ ਵਾਰ ਮੌਸਮ ਦਾ ਮਿਜਾਜ਼ ਵੀ ਬਦਲਿਆ ਪਰ ਇਹਨਾਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਵੇਖੀ ਗਈ। ਧੁੱਪ ਹੋਵੇ, ਛਾਂ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਇਹ ਇੰਟਰਨੈਸ਼ਨਲ ਸਟੂਡੈਂਟਸ ਐਸੇ ਤਰ੍ਹਾਂ ਡਟੇ ਰਹੇ ਤੇ ਇੱਕੋ ਹੀ ਮੰਗ ਕਰਦੇ ਰਹੇ ਕਿ ਡਿਪੋਰਟੇਸ਼ਨ ਰੋਕੀ ਜਾਣੀ ਚਾਹੀਦੀ ਹੈ। ਹੁਣ ਕਰੀਬ 19 ਦਿਨਾਂ ਤੋਂ ਬਾਅਦ ਸਰਕਾਰ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ। ਇਮੀਗ੍ਰੇਸ਼ਨ ਮਿਨਿਸਟਰ ਸਿਆਨ ਫਰੇਜ਼ਰ ਨੇ ਕਿਹਾ ਹੈ ਕਿ ਇੱਕ ਟਾਸਕ ਫੋਰਸ ਬਣਾਈ ਜਾਏਗੀ ਜੋ ਇਹਨਾਂ ਦੇ ਕੇਸ ਨੂੰ ਕੇਸ ਬਾਈ ਕੇਸ ਸਟੱਡੀ ਕਰੇਗੀ। CBSE IRCC ਦੇ ਆਫੀਸ਼ੀਅਲਸ ਉਸ ਟਾਸਕ ਫੋਰਸ ਵਿੱਚ ਹੋਣਗੇ। ਸਭ ਤੋਂ ਪਹਿਲਾਂ ਸੁਣਦੇ ਹਾਂ ਕਿ ਕੀ ਕਹਿਣਾ ਹੈ ਇਮੀਗ੍ਰੇਸ਼ਨ ਮਿਨਿਸਟਰ ਸਿਆਨ ਫਰੇਜ਼ਰ ਦਾ। Those who are genuine applicants who have been going through a period of uncertainty, we understand the toll that this process has taken on your mental health and the challenges that you're dealing with, and we want to provide a solution, and I'll have details in just a moment. Let me also say that we believe that there are significant aspects of fraud that certain bad actors have been using to take advantage of students, and to the extent that people are complicit in fraudulent schemes, of course they will bear the consequences under the Canadian law of their behaviour in those instances. But I do have important news to share, particularly for those genuine students who are the victims of fraud, to provide recourse in this particular instance. First, we are establishing a task force made up of senior officials of both IRCC and CBSA. This task force will be required to undertake a case-by-case analysis of every individual case that is the subject of a removal order on the basis of fraudulent letters of acceptance. In the interim, and this is particularly important for the students who find themselves in this situation, any pending removals will be halted in the interim and there will be a temporary permission to stay over the course of this period of consideration. ਕਰੀਬ 19 ਦਿਨਾਂ ਤੋਂ ਡਿਪੋਰਟੇਸ਼ਨ ਦੇ ਪ੍ਰੋਟੈਸਟ ਨੂੰ ਲੈ ਕੇ ਜਿਹੜੀਆਂ ਖਬਰਾਂ ਚੱਲ ਰਹੀਆਂ ਸਨ ਉਸ ਵਿੱਚ ਸਭ ਤੋਂ ਜ਼ਿਆਦਾ ਨਾਮ ਜਿਹੜਾ ਸਾਹਮਣੇ ਆਇਆ ਸੀ ਉਹ ਸੀ ਲਵਪ੍ਰੀਤ ਸਿੰਘ ਦਾ, ਕਿਉਂਕਿ ਲਵਪ੍ਰੀਤ ਸਿੰਘ ਦੀ ਡਿਪੋਰਟੇਸ਼ਨ 13 ਜੂਨ ਨੂੰ ਹੋਣੀ ਸੀ ਪਰ 3 ਦਿਨ ਪਹਿਲੇ ਫੈਸਲਾ ਆਇਆ ਕਿ ਉਹ ਡਿਪੋਰਟੇਸ਼ਨ ਜਿਹੜੀ ਹੈਗੀ ਹੈ ਰੋਕ ਦਿੱਤੀ ਗਈ ਹੈ। ਹੁਣ ਜਿਹੜੀ ਲੇਟੈਸਟ ਅਨਾਉਂਸਮੈਂਟ ਆਈ ਹੈ ਇਸ ਤੇ ਲਵਪ੍ਰੀਤ ਸਿੰਘ ਦਾ ਤੇ ਹੋਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਪਹਿਲੇ ਦਿਨ ਤੋਂ ਇੱਥੇ ਡਟੇ ਹੋਏ ਸਨ ਉਹਨਾਂ ਦਾ ਕੀ ਕਹਿਣਾ ਹੈ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਲਵਪ੍ਰੀਤ, ਬਹੁਤ ਸਿੱਧਾ ਸਵਾਲ, ਇੱਕ ਵੱਡੀ ਅਨਾਉਂਸਮੈਂਟ ਆਈ ਹੈ, ਬਹੁਤ ਸਿੱਧਾ ਸਵਾਲ ਕਰਾਂਗੀ, ਕੀ ਮਹਿਸੂਸ ਕਰ ਰਹੇ ਹੋ? ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ। ਇਹ ਜਿਹੜੀ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਚਿਹਰੇ 'ਤੇ ਖੁਸ਼ੀ ਹੈਗੀ ਆ, ਇਹਦਾ ਸਾਰਾ ਕ੍ਰੈਡਿਟ ਸੰਗਤ ਨੂੰ ਜਾਂਦਾ ਆ ਤੇ ਆਪਾਂ ਨੂੰ ਗੱਲ ਸਮਝਣੀ ਪੈਣੀ ਆ ਵੀ ਹਾਂ ਠੀਕ ਹੈ ਉਹਨਾਂ ਨੇ ਕਿਹਾ ਆ ਵੀ ਡੈਪੂਟੇਸ਼ਨਸ ਨਹੀਂ ਹੋਣਗੀਆਂ ਅੰਟਲ ਇਨਵੈਸਟੀਗੇਸ਼ਨ ਕੰਪਲੀਟ ਨਾ ਹੋ ਜੇ। ਬਟ ਇੱਥੇ ਇਹ ਗੱਲ ਸਮਝਣੀ ਪੈਣੀ ਹੈ ਵੀ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਨੇ ਬਿਆਨ ਦਿੱਤਾ ਆ ਉਹ ਅਸੀਂ ਅਜੇ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਹੈਗਾ। ਚੰਗੀ ਤਰ੍ਹਾਂ ਪੜ੍ਹਾਂਗੇ, ਸਮਝਾਂਗੇ, ਫਿਰ ਉਸ 'ਤੇ ਆਪਾਂ ਕਮੈਂਟ ਕਰ ਸਕਦੇ ਹਾਂ। ਅਤੇ ਉਹ ਅਜੇ ਜਿਹੜੀ ਇਨਵੈਸਟੀਗੇਸ਼ਨ ਵਾਲਾ ਜਿਹੜਾ ਚੈਪਟਰ ਆ, ਜਿਹੜੀ ਉਹ ਪ੍ਰੋਸੈਸ ਆ ਉਹ ਅਜੇ ਟਰਾਂਸਪੇਰੈਂਟ ਨਹੀਂ ਹੈਗੀ, ਕਿੱਦਾਂ ਹੋਏਗੀ, ਕੌਣ ਕਰੇਗਾ, ਕਿੰਨਾ ਸਮਾਂ ਲੱਗੇਗਾ। ਸੋ ਲੈਟਸ ਵੇਟ। ਇਹ ਥੋੜ੍ਹਾ ਜਿਹਾ ਕਿ ਟੂ ਅਰਲੀ ਆ ਕੁਝ ਕਮੈਂਟ ਕਰਨ ਦੇ ਲਈ, ਬਟ 100% ਇੱਕ ਖੁਸ਼ੀ ਦੀ ਗੱਲ ਹੈਗੀ ਆ ਵੀ ਜਦ ਤੱਕ ਇਨਵੈਸਟੀਗੇਸ਼ਨ ਨਹੀਂ ਹੁੰਦੀ, ਜਦ ਤੱਕ ਡੈਪੂਟੇਸ਼ਨਸ ਨਹੀਂ ਹੋਣਗੀਆਂ। ਇਹ ਸਾਡੇ ਲਈ ਇੱਕ ਵੱਡੀ ਜਿੱਤ ਆ 100%। ਪਰ ਜੋ ਆਪਾਂ ਚਾਹੁੰਦੇ ਸੀਗੇ ਉਹ ਸਾਨੂੰ ਮਿਲਿਆ ਕਿ ਨਹੀਂ ਮਿਲਿਆ ਉਹ ਆਪਾਂ ਬਾਅਦ 'ਚ ਤਾਂ ਹੀ ਦੱਸ ਪਾਵਾਂਗੇ ਜਦ ਤੱਕ ਆਪਾਂ ਉਹਨਾਂ ਦੇ ਬਿਆਨਾਂ ਨੂੰ ਪੂਰੀ ਚੰਗੀ ਤਰ੍ਹਾਂ ਸਟੱਡੀ ਨਹੀਂ ਕਰ ਲੈਂਦੇ। ਪਰ ਇੱਕ ਵੱਡਾ ਐਲਾਨ ਕਹਿ ਸਕਦੇ ਹਾਂ ਕਿਉਂਕਿ ਹਜੇ ਤੱਕ ਇਹ ਸੀਗਾ ਕਿ ਸਰਕਾਰ ਵੱਲੋਂ ਕੁਝ ਕਿਹਾ ਵੀ ਨਹੀਂ ਜਾ ਰਿਹਾ ਸੀ। ਆਪੋਜੀਸ਼ਨ ਲੀਡਰਸ, ਪ੍ਰੋਵਿੰਸ਼ੀਅਲ ਲੀਡਰਸ ਜ਼ਰੂਰ ਇੱਥੇ ਪਹੁੰਚੇ ਨੇ ਪਰ ਸਰਕਾਰ ਵੱਲੋਂ ਇੱਕ ਐਟਲੀਸਟ ਟਾਸਕ ਫੋਰਸ ਬਣਾਈ ਗਈ ਹੈ ਕਿ ਜੋ ਕੇਸ ਬਾਈ ਕੇਸ ਨੂੰ ਸਟੱਡੀ ਕਰੇਗੀ। ਜ਼ਾਹਿਰ ਤੌਰ 'ਤੇ ਟਾਈਮ ਲੱਗੇਗਾ ਕਿਉਂਕਿ ਸੈਂਕੜਿਆਂ ਦੀ ਤਾਦਾਦ ਵਿੱਚ ਕੇਸ ਹੈਗੇ ਨੇ, ਪਰ ਇੱਕ ਸਟੈਪ 1 ਤੁਸੀਂ ਅਚੀਵ ਕਰ ਲਿਆ। ਹਾਂਜੀ, ਬਿਲਕੁਲ ਸਟੈਪ 1 ਅਸੀਂ ਅਚੀਵ ਕਰ ਲਿਆ ਆ। ਇਹ 100% ਟਰੂ ਹੈ ਗੱਲ, ਪਰ ਉਹੀ ਗੱਲ ਹੈਗੀ ਹੈ ਵੀ ਪਹਿਲਾਂ ਸਾਨੂੰ ਗਿਵ ਅਸ ਸਮ ਟਾਈਮ, ਆਪਾਂ ਪਹਿਲਾਂ ਸਟੱਡੀ ਕਰ ਲਈਏ ਕਿ ਉਹਨਾਂ ਨੇ ਐਗਜ਼ੈਕਟ ਕਿਹਾ ਕੀ ਆ, ਵਰਡ ਟੂ ਵਰਡ ਆਪਾਂ ਸਟੱਡੀ ਕਰਾਂਗੇ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਆ। ਸੋ ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਕੁਝ ਦੱਸ ਸਕਦੇ ਵੀ ਜੋ ਅਸੀਂ ਚਾਹੁੰਦੇ ਸੀ ਉਹ ਹੋਇਆ ਜਾਂ ਨਹੀਂ ਹੋਇਆ। ਫਾਈਨਲ ਟਾਸਕ ਫੋਰਸ ਦੀ ਰਿਪੋਰਟ ਤੱਕ ਤਰਨਾ ਰਹੇਗਾ ਜਾਂ ਫਿਰ ਅੱਜ ਉਠਾ ਦਿੱਤਾ ਜਾਏਗਾ? ਇਸ ਚੀਜ਼ ਵਾਸਤੇ ਮੈਂ ਅਜੇ ਟੂ ਅਰਲੀ ਆ ਇਹ ਕਮੈਂਟ ਕਰਨਾ, ਪਰ
ਗਿਵ ਅਸ ਸਮ ਟਾਈਮ, ਲੈਟਸ ਵੇਟ। ਜੇ ਸਾਡੇ ਵੱਲੋਂ ਕੋਈ, ਕਿਉਂਕਿ ਇਮੀਗ੍ਰੇਸ਼ਨ ਵੱਲੋਂ ਜਵਾਬ ਦੇਣ ਲਈ 2 ਹਫ਼ਤੇ ਲੱਗ ਗਏ, ਸੋ 1-2 ਦਿਨ ਸਾਡੇ ਵੱਲੋਂ ਵੇਟ ਕਰ ਲਓ। ਹਾਂਜੀ, ਇਸ ਦਾ ਪੂਰੇ, ਕਿਉਂਕਿ ਅਸੀਂ ਦੇਖਿਆ ਕਿ ਕਮਿਊਨਿਟੀ ਦਿਨ ਬ ਦਿਨ ਇੱਥੇ ਆਂਦੀ ਰਹੀ, ਤੁਹਾਡੀ ਇੱਥੇ ਸੇਵਾ ਵੀ ਸਭ ਕਰਦੇ ਰਹੇ, ਸਟੂਡੈਂਟਸ ਕਾਫੀ ਤਾਦਾਦ ਵਿੱਚ ਪਹੁੰਚਦੇ ਰਹੇ। ਕ੍ਰੈਡਿਟ ਪੂਰਾ ਇਸ ਜਿਹੜਾ ਅਸੀਂ ਕਹੀਏ ਸਟੈਪ 1 ਅਚੀਵ ਕੀਤਾ ਗਿਆ, ਕ੍ਰੈਡਿਟ ਕਿਸ ਨੂੰ ਦਿੰਦੇ ਹੋ? ਕ੍ਰੈਡਿਟ ਸਾਰਾ ਜੀ ਸੰਗਤ ਨੂੰ ਜਾਏਗਾ। ਜਿੰਨੀ ਸੰਗਤ ਸਾਡੇ ਨਾਲ ਜੁੜੀ ਆ, ਭਾਵੇਂ ਉਹ ਜਿਨ੍ਹਾਂ ਨੇ ਸਾਡੀ ਮਦਦ ਕਰੀ ਹੈ ਦਿਲੋਂ, ਤੇ ਉਹ ਮੀਡੀਆ ਵਾਲੇ ਹੋਣ, ਚਾਹੇ ਸੰਗਤ ਹੋਵੇ, ਚਾਹੇ ਗੁਰਦੁਆਰੇ ਕਮੇਟੀਜ਼ ਹੋਣ, ਜਾਂ ਮਾਲਟਨ ਗੁਰਦੁਆਰਾ ਕਮੇਟੀ, ਓਨਟਾਰੀਓ ਖਾਲਸਾ ਗੁਰਦੁਆਰਾ ਕਮੇਟੀ ਤੇ ਰੈਕਸਡੇਲ ਗੁਰਦੁਆਰਾ ਕਮੇਟੀ, ਸਾਰੇ ਗੁਰਦੁਆਰਾ ਕਮੇਟੀਜ਼ ਨੇ ਸਾਡੀ ਬਹੁਤ ਮਦਦ ਕੀਤੀ ਆ ਆਪਣੇ ਆਪਣੇ ਲੈਵਲ ਤੇ, ਜਿੰਨਾ ਉਹ ਕਰ ਸਕਦੇ ਸੀਗੇ, ਲੰਗਰ ਹੋਵੇ ਜਾਂ ਕਿਸੇ ਹੋਰ ਤਰੀਕੇ ਦੀ ਮਦਦ ਹੋਵੇ। ਤੇ ਹਰ ਇੱਕ ਬੰਦੇ ਨੇ ਇੰਡੀਵਿਜੂਅਲੀ ਜਿਹੜੇ ਨੇ ਸਾਡੀ ਮਦਦ ਕੀਤੀ ਆ, ਉਹ ਇੱਥੇ ਆਏ ਨੇ। ਸਾਰਾ ਜਿਹੜਾ ਕ੍ਰੈਡਿਟ ਆ, ਸਾਰਾ ਜਿਹੜਾ ਸਹਿਰਾ ਆ, ਉਹ ਸੰਗਤ ਦੇ ਸਿਰ ਜਾਂਦਾ ਆ। ਅਸੀਂ ਦੇਖ ਰਹੇ ਹਾਂ ਕਿ ਕਰੀਬ 19-20 ਦਿਨ ਹੋ ਚੁੱਕੇ ਨੇ, ਮੌਸਮ ਕਈ ਵਾਰੀ ਬਦਲਿਆ, ਠੰਡ ਹੋਈ, ਮੀਂਹ ਪਿਆ, ਪਰ ਇਸੇ ਤਰ੍ਹਾਂ ਤੁਸੀਂ ਸਾਰੇ ਇੱਥੇ ਡਟੇ ਰਹੇ। ਇੱਕ ਅਸੀਂ ਕਹੀਏ ਕਿ ਸਟੈਪ 1 ਅਚੀਵ ਕੀਤਾ ਹੈ, ਜਿਹੜੀ ਇੱਕ ਇੱਥੇ ਜੋਸ਼ ਤੁਹਾਡੇ ਵਿੱਚ ਸੀਗਾ, ਉਸ ਜੋਸ਼ ਦਾ ਇੱਕ ਰਿਜ਼ਲਟ ਨਿਕਲਿਆ। ਅੱਜ ਦੀ ਅਨਾਉਂਸਮੈਂਟ ਤੇ ਕੀ ਕਹਿਣਾ ਚਾਹੋ? ਹਾਂਜੀ, ਅਸੀਂ ਇਹੀ ਕਹਿਣਾ ਚਾਹਾਂਗੇ ਕਿ ਅਸੀਂ ਖੁਸ਼ ਹਾਂ ਜਿਹੜੀ ਉਹਨਾਂ ਨੇ ਦਿੱਤੀ ਹੈ ਸਟੇਟਮੈਂਟ ਆਪਣੀ, ਬਟ ਜਦੋਂ ਤੱਕ ਅਸੀਂ ਉਹਨੂੰ ਆਪਣੇ ਲਾਈਕ ਲਾਇਰਸ ਦੇ ਨਾਲ, ਅਸੀਂ ਆਪਣੇ ਸਾਰੀ ਜਿਹੜੀ ਇੱਕ ਟੀਮ ਹੈ ਉਹਦੇ ਨਾਲ ਡਿਸਕਸ ਨਹੀਂ ਕਰ ਲੈਂਦੇ, ਉਦੋਂ ਤੱਕ ਅਸੀਂ ਕੁਝ ਵੀ ਕਮੈਂਟ ਕਰ ਨਹੀਂ ਸਕਦੇ। ਬਟ ਯਾ ਕਹਿ ਸਕਦੇ ਹਾਂ ਕਿ ਟੈਂਪਰੇਰੀ ਰਿਲੀਫ ਮਿਲਿਆ ਹੈ, ਕਿ ਇਹ ਬੜੀ ਵੱਡੀ ਗੱਲ ਹੈ ਕਿ ਉਹ ਇਸ ਚੀਜ਼ ਤੋਂ ਸਮਝਦੇ ਆ ਕਿ ਵੀ ਆਰ ਨਾਟ ਕਲਪ੍ਰਿਟ, ਵੀ ਆਰ ਵਿਕਟਮਸ। ਦੈਟਸ ਅ ਗੁੱਡ ਥਿੰਗ ਫॉर ਅਸ। ਪਹਿਲੇ ਦਿਨ ਤਾਂ ਗਰਮੀ ਬਹੁਤ ਸੀ, ਸਾਡੇ ਕੋਲ ਟੈਂਟ ਵੀ ਨਹੀਂ ਸੀ, ਅਸੀਂ ਉੱਦੀ ਬੈਠੇ ਸੀ। ਫਿਰ ਉਹਨਾਂ ਨੇ ਉੱਧਰੋਂ ਸਾਨੂੰ ਉਠਾਇਆ, ਅਸੀਂ ਇੱਧਰ ਆ ਗਏ। ਇੱਥੇ ਕਿੰਨੀ ਟ੍ਰੈਫਿਕ ਹੈ, ਮਿੱਟੀ ਉੱਡਦੀ ਹੈ, ਬਾਅਦ ਵਿੱਚ ਮੀਂਹ ਆ ਗਿਆ। ਹੁਣ ਸਭ ਨੇ ਦੇਖਿਆ ਹੀ ਹੈ, ਕੱਲ੍ਹ ਅਸੀਂ ਕਿੰਨਾ ਪਰਸੋਂ ਮਤਲਬ ਮੁਸ਼ਕਿਲ ਦੇ ਵਿੱਚ ਰਹੇ ਹਾਂ, ਬਟ ਹੁਣ ਕੁਝ ਰਿਜ਼ਲਟ ਮਿਲਿਆ ਤਾਂ ਅਸੀਂ ਖੁਸ਼ ਹਾਂ ਇਸ ਚੀਜ਼ ਤੋਂ, ਕਿ ਜੋ ਅਸੀਂ ਹਾਰਡ ਟਾਈਮ ਦੇਖਿਆ ਉਹਦਾ ਕੁਝ ਪੋਜ਼ਿਟਿਵ ਮਿਲਿਆ ਸਾਨੂੰ। ਹਮੇਸ਼ਾ ਇਹ ਹੁੰਦਾ ਹੈ ਕਿ ਜਦੋਂ ਚੰਗਾ ਰਿਜ਼ਲਟ ਸਾਹਮਣੇ ਆ ਜਾਂਦਾ ਹੈ ਤੇ ਜਿਹੜੀਆਂ ਮੁਸ਼ਕਲਾਂ ਤੋਂ ਨਿਕਲੇ ਹੁੰਦੇ ਆ, ਉਹ ਮੁਸ਼ਕਲਾਂ ਫਿਰ ਪਿੱਛੇ ਰਹਿ ਜਾਂਦੀਆਂ। ਤੁਸੀਂ ਕਦੋਂ ਤੋਂ ਇੱਥੇ ਡਟੇ ਹੋਏ ਹੋ? ਮੈਂ ਜਿੱਦਾਂ ਫਸਟ ਡੇ ਤੋਂ ਹੀ ਇੱਥੇ ਹੀ ਆ ਜੀ, ਨਾਲ ਹੀ ਇਹਨਾਂ ਦੇ। ਤੇ ਜਿੱਦਾਂ ਡੇ ਬਾਈ ਡੇ ਅਸੀਂ ਉਹ ਸਰਵਾਈਵ ਕਰਦੇ ਗਏ, ਸਰਵਾਈਵ ਦੇ ਨਾਲ ਜਿੰਨਾ ਹਾਰਡ ਟਾਈਮ ਸੀਗਾ ਉਹਦੇ ਵਿੱਚੋਂ ਸਾਨੂੰ ਪੋਜ਼ਿਟਿਵ ਰਿਜ਼ਲਟ ਹੁਣ ਐਟ ਦੀ ਐਂਡ ਸਾਨੂੰ ਮਿਲਿਆ ਆ। ਉਹ ਤੋਂ ਅਸੀਂ ਮਤਲਬ ਰਿਲੀਫ ਹੈ ਸਾਨੂੰ ਕਿਤੇ ਨਾ ਕਿਤੇ, ਤੇ ਬਟ ਅਸੀਂ ਰਿਟਰਨ ਦੀ ਵੇਟ ਕਰਦੇ ਪਏ ਹਾਂ। ਫਿਲਹਾਲ ਸਾਨੂੰ ਰਿਟਰਨ ਮਿਲੇ ਤੇ ਅਸੀਂ ਫਿਰ ਇੱਥੋਂ ਆਰਾਮ ਨਾਲ ਚਲੇ ਜਾਵਾਂਗੇ। ਸਾਡੇ ਵਿੱਚੋਂ ਬਹੁਤ ਜਣਿਆਂ ਦੇ ਪਾਸਪੋਰਟ ਸੀਜ਼ ਹੋਏ ਆ, ਜਿੰਨਾ ਚਿਰ ਸਾਨੂੰ ਸਾਡੇ ਮਤਲਬ ਪਾਸਪੋਰਟਸ ਨਹੀਂ ਵਾਪਸ ਮਿਲਦੇ, ਉਹਨਾਂ ਚਿਰ ਅਸੀਂ ਮਤਲਬ ਹਜੇ ਵੀ ਡਰੇ ਹੋਏ ਆ ਵੀ ਪਤਾ ਨਹੀਂ ਕਿਸ ਟਾਈਮ ਤੇ ਕੀ ਹੋ ਜਾਊਗਾ, ਕਿਉਂਕਿ ਅਸੀਂ ਪਿਛਲੇ 1.5 ਸਾਲ ਤੋਂ ਬਹੁਤ ਕੁਝ ਚੱਲ ਚੁੱਕੇ ਆ। ਇਹ ਜਿਹੜੀ ਹੌਂਕਿੰਗ ਤੁਸੀਂ ਸੁਣ ਰਹੇ ਹੋ, ਇਹ ਹੌਂਕਿੰਗ ਹੈਗੀ ਹੈ ਇੱਥੋਂ ਜਿਹੜਾ ਟ੍ਰੈਫਿਕ ਲੰਘ ਰਿਹਾ ਹੈ, ਕਿ ਉਹ ਕਿਸ ਤਰ੍ਹਾਂ ਇਹਨਾਂ ਸਟੂਡੈਂਟਸ ਨੂੰ ਸਪੋਰਟ ਕਰ ਰਹੇ ਨੇ, ਇਸੇ ਲਈ ਇੱਥੇ ਹੌਂਕ ਕਰ ਰਹੇ ਨੇ। ਲਵਪ੍ਰੀਤ, ਅਸੀਂ ਇਹ ਵੀ ਦੇਖਿਆ ਕਿ ਰੋਜ਼ ਸ਼ਾਮੀ ਇੱਥੇ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ, ਕੀਰਤਨ ਹੁੰਦਾ ਹੈ, ਤੇ ਅੱਜ ਜਿਹੜਾ ਪਾਠ ਹੈ ਉਹ ਸ਼ੁਕਰਾਨੇ ਦਾ ਹੋਏਗਾ। ਬਿਲਕੁਲ ਜੀ, ਸ਼ੁਕਰਾਨੇ ਦਾ ਜ਼ਰੂਰ ਹੋਊਗਾ, ਚੜ੍ਹਦੀ ਕਲਾ ਵਾਲਾ ਪਾਠ ਹੋਊਗਾ। ਤੇ ਪਾਠ ਹਮੇਸ਼ਾ ਸਾਨੂੰ એનર્ਜੀ ਦਿੰਦਾ ਆ, ਸਾਡੀ ਜਿਹੜੀ ਮਾਨਸਿਕ ਸਥਿਤੀ ਆ ਉਹਨੂੰ ਚੜ੍ਹਦੀ ਕਲਾ 'ਚ ਕਰ ਦਿੰਦਾ ਆ। ਤੇ ਬਾਣੀ ਤਾਂ ਹਮੇਸ਼ਾ ਪੜ੍ਹੀ ਜਾਊਗੀ, ਚਾਹੇ ਦੁੱਖ ਆ ਚਾਹੇ ਸੁੱਖ ਆ, ਚਾਹੇ ਤੁਸੀਂ ਨਾਰਮਲ ਲਾਈਫ ਦੇ ਵਿੱਚ ਚੱਲ ਰਹੇ ਹੋ, ਬਾਣੀ ਤਾਂ ਹਮੇਸ਼ਾ ਪੜ੍ਹੀ ਜਾਊਗੀ ਜੀ। ਆਲਮੋਸਟ ਪਿਛਲੇ 1.5 ਸਾਲ ਤੋਂ ਅਸੀਂ ਛੋਟੇ ਪ੍ਰੋਟੈਸਟ ਕਰ ਰਹੇ ਸੀ, ਜਾਂ ਕਿਤੇ ਗੁਰਦੁਆਰੇ ਵਿੱਚ ਮਾਰਚ ਕਰਦੇ ਸੀ, ਅਨਾਉਂਸਮੈਂਟ ਅਵੇਅਰ ਕਰ ਰਹੇ ਸੀ ਹੋਰ ਬੱਚੇ ਸਾਡੇ ਨਾਲ ਆਉਣ। ਤੇ ਫਿਲਹਾਲ ਅੱਜ ਥੋੜ੍ਹੀ ਬਹੁਤੀ ਸਾਨੂੰ ਰਿਲੀਫ ਮਿਲੀ, ਥੋੜ੍ਹੀ ਖੁਸ਼ੀ ਹੋ ਰਹੀ ਆ ਜੀ। ਬਿਲਕੁਲ ਖੁਸ਼ੀ ਤਾਂ ਹੈ ਹੀ ਹੈ, ਕਿਉਂਕਿ ਜਿਨ੍ਹਾਂ ਹਾਲਾਤਾਂ ਵਿੱਚ ਤੁਸੀਂ ਇਹ ਪ੍ਰੋਟੈਸਟ ਕੀਤਾ ਉਹ ਸਾਰਿਆਂ ਨੇ ਦੇਖਿਆ, ਜਿਵੇਂ ਮੀਂਹ ਵੀ ਪਿਆ ਪਰ ਫਿਰ ਵੀ ਇੱਥੋਂ ਕੋਈ ਹਿੱਲਿਆ ਨਹੀਂ। ਬਟ ਇੱਕ ਕਹਿ ਸਕਦੇ ਹਾਂ ਕਿ ਅੱਜ ਇੱਕ ਸਟੈਪ 1 ਸਕਸੈਸ ਦਾ ਜ਼ਰੂਰ ਅਚੀਵ ਹੋਇਆ। ਹਾਂਜੀ, ਅੱਜ ਥੋੜ੍ਹਾ ਬਹੁਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਥੋੜ੍ਹਾ ਬਹੁਤਾ ਸਾਨੂੰ ਖੁਸ਼ੀ ਹੋ ਰਹੀ ਕਿ ਸਟੈਪ 1 ਅਸੀਂ ਅਚੀਵ ਕੀਤਾ ਹੈ, ਕਿ ਗਵਰਨਮੈਂਟ ਥੋੜ੍ਹੀ ਬਹੁਤੀ ਸਾਡੇ ਫੇਵਰ ਦੇ ਵਿੱਚ ਆਈ ਆ। ਇਸ ਪਿਛਲੇ ਥੋੜ੍ਹੇ ਟਾਈਮ ਤੋਂ ਸਾਡੇ ਅਗੇਂਸਟ ਹੀ ਕਹਿ ਰਹੇ ਸੀ ਕਿ ਤੁਸੀਂ ਕੀਤਾ, ਪਰ ਅਸੀਂ ਤਾਂ ਆਪਦੀ ਸਟੱਡੀ ਡਨ ਕੀਤੀ ਹੋਈ ਸੀ, ਐਵਰੀਥਿੰਗ ਗੁੱਡ ਸੀ, ਵਰਕ ਪਰਮਿਟ ਲਿਆ ਸੀ, PR ਦੀ ਫਾਈਲ ਆਈ ਹੋਈ ਸੀ, ਅਸੀਂ ਕੋਈ ਗਲਤ ਸਟੈਪ ਅਜੇ ਤੱਕ ਉਠਾਇਆ ਨਹੀਂ ਸੀ। ਇਸ ਕਰਕੇ ਅਸੀਂ ਸੱਚੇ ਸੀ, ਰੱਬ ਸਾਡੇ ਨਾਲ ਸੀ ਤੇ ਸਾਨੂੰ ਥੋੜ੍ਹੀ ਬਹੁਤੀ ਖੁਸ਼ੀ ਮਿਲ ਰਹੀ ਹੈ। ਇੱਕ ਵੱਡੀ ਰਾਹਤ ਦੀ ਖਬਰ ਅਸੀਂ ਕਹਿ ਸਕਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਲਈ ਆਈ ਹੈ। ਕਰੀਬ 19-20 ਦਿਨਾਂ ਤੋਂ ਅਸੀਂ ਦੇਖ ਰਹੇ ਸੀ, ਜੋ ਭਾਵੇਂ ਧੁੱਪ ਹੋਵੇ, ਗਰਮੀ ਹੋਵੇ, ਮੀਂਹ ਵੀ ਪਏ, ਤਾਂ ਵੀ ਉਹ ਇੱਥੇ ਡਟੇ ਰਹੇ। ਅੱਜ ਦੀ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ, ਰਿਲੀਫ ਦੀ ਗੱਲ ਆ, ਬਿਕੋਜ਼ ਪਹਿਲਾਂ ਕੀ ਹੁੰਦਾ ਸੀ, ਜਾਂ ਟਵੀਟਸ ਤੇ ਗੱਲ ਹੁੰਦੀ ਸੀ, ਜਾਂ ਅਨਅਫੀਸ਼ੀਅਲ ਵੇ ਨਾਲ ਕੋਈ ਜਿਹੜੀ ਬੋਡੀ ਆ ਜਾਂ ਕੋਈ ਅਥਾਰਟੀ ਆ ਉਹ ਗੱਲ ਕਰਦੀ ਸੀ। ਬਟ ਉਹਨਾਂ ਨੇ ਹੁਣ ਮੀਡੀਆ ਰਿਲੀਜ਼ ਕੀਤੀ ਹੈ ਕਿ ਉਹ ਸਪੈਸ਼ਲ ਕਮੇਟੀ ਬਣਾਉਣਗੇ, ਜਿਹਦੇ ਵਿੱਚ ਇੱਕ ਟਾਸਕ ਫੋਰਸ ਦੇ ਵਜੋਂ, ਵਿੱਚ ਇਮੀਗ੍ਰੇਸ਼ਨ ਦੇ ਹਾਇਰ ਆਫੀਸਰ ਐਂਡ CBSE ਦੇ ਵੀ ਹਾਇਰ ਆਫੀਸਰ ਇਹਨੂੰ ਦੇਖਣਗੇ ਕਿ ਜਿਹੜੇ ਵੀ ਸਟੂਡੈਂਟ ਆ ਉਹਨਾਂ ਦੀ ਇੰਟੈਂਸ਼ਨ ਕੀ ਸੀ, ਸਟੱਡੀ ਕਰਨ ਦੀ ਜਾਂ ਫਿਰ ਜਸਟ ਕੈਨੇਡਾ ਵਿੱਚ ਐਂਟਰ ਕਰਨ ਦੀ ਸੀਗੀ। ਸੋ ਇਸ ਗੱਲ 'ਤੇ ਆਪਾਂ ਨੂੰ ਰਿਲੀਫ ਮਿਲੀ ਜਾ ਸਕਦੀ ਹੈ। ਜਿਹੜੇ ਵੀ ਇੱਥੇ ਇਕੱਠੇ ਸਟੂਡੈਂਟਸ ਪਹਿਲਾਂ ਆਏ ਸੀਗੇ, ਆਈ ਥਿੰਕ 20 ਦੇ ਕਰੀਬ ਨੇ ਹੁਣ ਤੱਕ ਹੋ ਗਏ, ਸੋ ਉਹਨਾਂ ਲਈ ਇਹ ਵਧੀਆ ਗੱਲ ਆ, ਕਿਉਂਕਿ ਇੰਡੀਵਿਜੂਅਲ ਕੇਸ ਉਹ ਦੇਖਣਗੇ, ਅਤੇ ਆਈ ਥਿੰਕ ਇਹ ਵਧੀਆ ਗੱਲ ਆ ਸਾਡੇ ਲਈ।
ਇਹ ਪ੍ਰੋਟੈਸਟ ਹੁਣ ਅੱਜ ਅਸੀਂ ਕਹੀਏ ਕਿ ਉਠਾ ਦਿੱਤਾ ਜਾਏਗਾ ਜਾਂ ਫਿਰ ਜਦੋਂ ਤੱਕ ਫਾਈਨਲ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਇਰਾਦਾ ਹੈਗਾ ਇੱਥੇ ਇਸੇ ਤਰ੍ਹਾਂ ਡਟੇ ਰਹਿਣ ਦਾ? ਇਹ ਤਾਂ ਆਪਾਂ ਨੂੰ ਲੀਗਲ ਐਡਵਾਈਸ ਵੀ ਲੈਣੀ ਪੈਣੀ ਕਿਸੇ ਦੀ, ਐਂਡ ਆਪਣੇ ਸਟੂਡੈਂਟ 'ਚ ਵੀ ਆਪਾਂ ਗੱਲ ਕਰਕੇ ਹੀ ਦੱਸਾਂਗੇ, ਕਿਉਂਕਿ ਇਹ ਥੋੜੀ ਜੀ ਅਰਲੀ ਸਟੇਜ ਹੋਏਗੀ ਦੱਸਣ ਦੀ ਕਿ ਆਪਾਂ ਨੂੰ ਇੱਥੋਂ ਧਰਨਾ ਜੇ ਚੁੱਕਣਾ ਚਾਹੀਦਾ ਜਾਂ ਨਹੀਂ, ਕਿਉਂਕਿ ਪਹਿਲਾਂ ਵੀ ਆਪਾਂ ਸਟੇਟਮੈਂਟ ਸਾਰਿਆਂ ਦੀਆਂ ਸੁਣਦੇ ਆ ਰਹੇ ਹਾਂ ਆਈ ਥਿੰਕ 1.5-2 ਸਾਲ ਤੋਂ। ਸੋ ਆਪਾਂ ਨੂੰ ਥੋੜਾ ਜਿਹਾ ਕੁਝ ਆਫੀਸ਼ੀਅਲੀ ਮਿਲ ਜੇ ਤੇ ਬੈਟਰ ਹੈ ਸਾਡੇ ਲਈ। ਸੋ ਇੱਕ ਵੱਡੀ ਰਾਹਤ ਦੀ ਖਬਰ ਹੈ ਕਿ ਟਾਸਕ ਫੋਰਸ ਬਣਾਈ ਗਈ ਹੈ। ਟਾਸਕ ਫੋਰਸ ਹਰ ਇੱਕ ਕੇਸ ਨੂੰ ਕੇਸ ਬਾਈ ਕੇਸ ਸਟੱਡੀ ਕਰੇਗੀ, ਕਿਉਂਕਿ ਕਈ ਸਟੂਡੈਂਟਸ ਅਜਿਹੇ ਨੇ ਜੋ ਸਟੱਡੀ ਕੰਪਲੀਟ ਕਰ ਚੁੱਕੇ ਨੇ, ਕਈ ਸਟੂਡੈਂਟਸ ਅਜਿਹੇ ਨੇ ਜੋ ਫਿਲਹਾਲ ਵਰਕ ਪਰਮਿਟ ਤੇ ਹੈਗੇ ਨੇ। ਇਸ ਲਈ ਟਾਸਕ ਫੋਰਸ ਕਦੋਂ ਤੱਕ ਆਪਣੀ ਰਿਪੋਰਟ ਦਿੰਦੀ ਹੈ ਇਹ ਡਿਟੇਲਸ ਫਿਲਹਾਲ ਅੱਗੇ ਨਹੀਂ ਆਈਆਂ ਨੇ, ਪਰ ਇਹ ਰਾਹਤ ਦੀ ਖਬਰ ਇਹਨਾਂ ਸਟੂਡੈਂਟਸ ਲਈ ਜ਼ਰੂਰ ਆਈ ਹੈ ਕਿ ਫਿਲਹਾਲ ਕੋਈ ਡੈਪੂਟੇਸ਼ਨ ਨਹੀਂ ਹੋਏਗੀ। ਇੱਕ ਅਸੀਂ ਕਹੀਏ ਕਿ ਇੱਕ ਜਿਹੜੀ ਤਲਵਾਰ ਉਹਨਾਂ ਦੇ ਸਿਰ ਤੇ ਲਟਕ ਰਹੀ ਸੀ ਉਹ ਤਲਵਾਰ ਫਿਲਹਾਲ ਹਟਾ ਦਿੱਤੀ ਗਈ ਹੈ। ਕੈਮਰਾਮੈਨ ਮਨਿੰਦਰ ਜੱਸਲ ਦੇ ਨਾਲ ਰੁਪਿੰਦਰ ਕੌਰ, PTC ਨਿਊਜ਼, ਮਿਸਿਸਾਗਾ, ਕੈਨੇਡਾ। ਸੋ ਸਾਡੇ ਨਾਲ ਸਾਰੇ ਸਹਿਯੋਗੀ ਰੁਪਿੰਦਰ ਕੌਰ ਜੁੜ ਚੁੱਕੇ ਨੇ। ਇਸ ਵੇਲੇ ਦੀ ਤਾਜ਼ਾ ਅਪਡੇਟ ਰੁਪਿੰਦਰ ਕੋ ਲੈਣੇ ਆ। ਰੁਪਿੰਦਰ, ਫੌਰੀ ਤੌਰ ਤੇ ਇੱਕ ਰਾਹਤ ਬਹੁਤ ਵੱਡੀ ਮਿਲੀ ਹੈ। ਯਕੀਨਨ ਜਿਸ ਤਰ੍ਹਾਂ ਤੁਸੀਂ ਆਪਣੀ ਰਿਪੋਰਟ ਵਿੱਚ ਵੀ ਕਿਹਾ, ਇੱਕ ਜਿਹੜੀ ਤਲਵਾਰ ਲਟਕੀ ਹੋਈ ਸੀ ਉਹ ਜ਼ਰੂਰ ਹਟ ਗਈ ਹੈ, ਲੇਕਿਨ ਜੋ पूरी क्लैरिटी है वो क्या हुण तक कुछ सामने आई है, क्योंकि ये रोक लगाई गई है या हुण पूरी तरह दे नाल डेपुटेशन दी जिहड़ी तलवार सी वो हट गई है? जी राधा, जो लेटेस्ट अनाउंसमेंट की गल करिए, जिवें तुसीं सारिਆਂ ने सुनिया है कि मिनिस्टर सियान फ्रेजर ने जिहड़ी मेन अनाउंसमेंट की है, उन्होंने फिलहाल ये कहा कि एक टास्क फोर्स बनाई जाएगी। टास्क फोर्स हर एक केस नूं बहुत क्लोजली एग्जामिन करेगी ते उस तो बाद डिसीजन दिता जाएगा, बिकॉज ये कोई 1-2 केस नहीं हैगे, सैकड़ियां की तादाद विच हैगे। जिहड़े 700 का नंबर आ रहे हैं वो नंबर भी कन्फर्म नहीं है कि वो 700 है या उस तो ऊपर भी हो सकता है। पर टास्क फोर्स ਨੂੰ ਜਿਹੜੀ ਮੇਨ ਅਸੀਂ ਕਹੀਏ ਇਨਸਟਰਕਸ਼ਨਸ ਮਿਲੀਆਂ ਉਹ ਇਹ ਹੈ ਕਿ ਜੇ ਕੋਈ ਸਟੂਡੈਂਟ ਦੀ ਫਾਈਲ ਵਿੱਚ ਇਹ ਆਂਦਾ ਹੈ ਕਿ ਉਹ ਕੈਨੇਡਾ ਸਟੱਡੀ ਕਰਨ ਦੀ ਇੰਟੈਂਸ਼ਨ ਨਾਲ ਹੀ ਆਏ ਸੀ, ਇਸ ਫਰਾਡ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਸੀਗਾ, ਤਾਂ ਉਹਨਾਂ ਦੀ ਡਿਪੋਰਟੇਸ਼ਨ ਰੋਕ ਦਿੱਤੀ ਜਾਏਗੀ ਤੇ ਉਹਨਾਂ ਨੂੰ ਜਿਹੜਾ ਟੈਂਪਰੇਰੀ ਪਰਮਨੈਂਟ ਰੈਜ਼ੀਡੈਂਸੀ ਸਟੇਟਸ ਹੈ ਉਹ ਦੇ ਦਿੱਤਾ ਜਾਏਗਾ। ਬਟ ਜੇ ਕਿਸੇ ਦੀ ਫਾਈਲ ਵਿੱਚ ਕਿਤੇ ਵੀ ਆਉਂਦਾ ਹੈ ਕਿ ਫਰਾਡ ਬਾਰੇ ਉਹਨਾਂ ਨੂੰ ਪਤਾ ਸੀਗਾ ਜਾਂ ਫਿਰ ਉਹ ਕੈਨੇਡਾ ਸਟੱਡੀ ਦੀ ਇੰਟੈਂਸ਼ਨ ਨਾਲ ਨਹੀਂ ਆਏ ਸੀ, ਤਾਂ ਉਹਨਾਂ ਨੂੰ ਕੰਸੀਕੁਐਂਸਸ ਜਿਹੜੇ ਹੈਗੇ ਨੇ ਉਹ ਭੁਗਤਣੇ ਪੈ ਸਕਦੇ ਨੇ। ਪਰ ਹੁਣ ਇੱਕ ਸਿਨੈਰੀਓ ਇਹ ਵੀ ਆਉਂਦਾ ਹੈ ਕਿ ਜਿਵੇਂ ਕਈ ਸਟੂਡੈਂਟਸ ਨਾਲ ਅਸੀਂ ਗੱਲ ਕੀਤੀ, ਉਹ ਕਹਿੰਦੇ ਕਿ ਅਸੀਂ ਹਜੇ ਕੰਮ ਤੇ ਵੀ ਨਹੀਂ ਜਾ ਸਕਦੇ ਬਿਕੋਜ਼ ਉਹਨਾਂ ਦੇ ਪਾਸਪੋਰਟ, ਉਹਨਾਂ ਦਾ ਵਰਕ ਪਰਮਿਟ ਜਿਹੜਾ ਹੈਗਾ ਸੀਜ਼ ਕਰ ਦਿੱਤਾ ਗਿਆ ਹੈ। ਹੁਣ ਉਹਨਾਂ ਨੂੰ ਆਪਣਾ ਪਾਸਪੋਰਟ, ਆਪਣਾ ਵਰਕ ਪਰਮਿਟ ਕਦੋਂ ਵਾਪਸ ਮਿਲਦਾ ਹੈ ਇਹ ਹਜੇ ਕਲੈਰਿਟੀ ਨਹੀਂ ਆਈ ਹੈ, ਬਿਕੋਜ਼ ਡੇ ਬਾਈ ਡੇ ਜਿਵੇਂ ਜਿਵੇਂ ਟਾਸਕ ਫੋਰਸ ਆਪਣਾ ਕੰਮ ਸ਼ੁਰੂ ਕਰੇਗੀ ਜਾਂ ਜਿਵੇਂ ਜਿਵੇਂ ਸਟੂਡੈਂਟਸ ਹੋਰ ਕੁਐਸਚਨ ਰੇਜ਼ ਕਰਦੇ ਨੇ ਜਾਂ ਆਪਣੇ ਡਾਕੂਮੈਂਟਸ ਲੈਣ ਜਾਂਦੇ ਨੇ CBSE ਕੋਲ, ਤਾਂ ਜਿਹੜੀ ਹੋਰ ਕਲੈਰਿਟੀ ਹੈ ਉਹ ਜ਼ਰੂਰ ਸਾਹਮਣੇ ਆਏਗੀ। ਪਰ ਇਸ ਵੇਲੇ ਦੀ ਫਿਲਹਾਲ ਜਿਹੜੀ ਇੱਕ ਹੋਰ ਨਿਊਜ਼ ਆ ਰਹੀ ਹੈ ਉਹ ਇਹ ਹੈ ਕਿ ਹੁਣ ਸਟੂਡੈਂਟਸ ਜਿਹੜੇ ਨੇ ਉਹਨਾਂ ਨੇ ਮਿਲ ਕੇ ਇਹ ਡਿਸਾਈਡ ਕੀਤਾ, ਆਪਣੇ ਲਾਇਰ ਨਾਲ ਵੀ ਡਿਸਕਸ ਕੀਤਾ ਕਿ ਜਿਹੜਾ ਧਰਨਾ ਹੈਗਾ ਅੱਜ ਰਾਤ ਉਹ ਧਰਨਾ ਖਤਮ ਕਰ ਦੇਣਗੇ ਤੇ ਉਸ ਤੋਂ ਬਾਅਦ ਫਰਾਈਡੇ ਆਉਂਦੇ ਸ਼ੁੱਕਰਵਾਰ ਮਾਲਟਨ ਦੇ ਗੁਰਦੁਆਰਾ ਸਾਹਿਬ ਵਿੱਚ ਸ਼ੁਕਰਾਨੇ ਲਈ ਅਖੰਡ ਪਾਠ ਰਖਵਾਇਆ ਜਾਏਗਾ ਤੇ ਇਤਵਾਰ ਨੂੰ ਉਸਦੇ ਭੋਗ ਵੀ ਪਾਏ ਜਾਣਗੇ। ਪਰ ਜਿਹੜਾ ਧਰਨਾ ਅੱਜ ਹੈਗਾ ਉਹ ਅੱਜ ਰਾਤ ਖਤਮ ਕਰ ਦਿੱਤਾ ਜਾਏਗਾ। ਜੀ ਰੁਪਿੰਦਰ, ਸ਼ੁਕਰੀਆ ਫਿਲਹਾਲ ਦੀ ਸਾਰੀ ਵਿਸਥਾਰ ਡਿਟੇਲ ਔਰ ਜਾਣਕਾਰੀ ਦੇ ਲਈ। ਸੋ ਫਿਲਹਾਲ ਚੰਗੀ ਖਬਰ ਹੈ ਉਹਨਾਂ तमाम ਵਿਦਿਆਰਥੀਆਂ ਲਈ ਜਿਨ੍ਹਾਂ ਤੇ ਡੈਪੂਟੇਸ਼ਨ ਦੀ ਤਲਵਾਰ ਲਟਕੀ ਹੋਈ ਸੀ, ਜਿੱਥੇ ਇਸ ਤੇ ਰੋਕ ਲਗਾ ਦਿੱਤੀ ਗਈ ਹੈ, ਉੱਥੇ ਹੀ ਅੱਜ ਰਾਤ ਧਰਨਾ ਵੀ ਇੱਥੋਂ ਦੀ ਇਹਨਾਂ ਵਿਦਿਆਰਥੀਆਂ ਵੱਲੋਂ ਚੁੱਕ ਦਿੱਤਾ ਜਾਏ।